ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਨੇ ਭਾਰਤ ਨੂੰ ਭੇਜੇ ਹੋਰ 300 ਵੈਂਟੀਲੇਟਰ, ਹਰਜੀਤ ਸੱਜਣ ਨੇ ਦਿੱਤੀ ਜਾਣਕਾਰੀ। ਕੈਨੇਡਾ ਨੇ ਐਲਾਨਿਆ ਨਵਾਂ ਪੀਆਰ ਪ੍ਰੋਗਰਾਮ, ਜਾਣੋ ਕਿਹਨਾਂ ਨੂੰ ਮਿਲੇਗਾ ਪੱਕੇ ਹੋਣ ਦਾ ਮੌਕਾ। ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਤੇ ਰੋਕ ਦੀ ਫਿਰ ਉੱਠੀ ਮੰਗ, ਓਨਟਾਰੀਓ ਦੇ ਵਿੱਚ ਜੂਨ 2 ਤੱਕ ਸਟੇ ਐਟ ਹੋਮ ਲਾਗੂ। ਇਮੀਗ੍ਰੇਸ਼ਨ ਦਾ ਟੀਚਾ ਪੂਰਾ ਕਰਨ ਦੇ ਲਈ ਕੈਨੇਡਾ ਕਾਫੀ ਗੰਭੀਰ, ਹੁਣ ਤੱਕ 70,000 ਨੂੰ ਮਿਲ ਚੁੱਕਾ ਮੌਕਾ। ਕੈਨੇਡਾ ਦੀ ਵੱਡੀ ਨਿੱਜੀ ਬੱਸ ਸਰਵਿਸ ਹੋਈ ਬੰਦ, ਅੱਜ ਰਾਤ ਤੋਂ ਬੰਦ ਹੋਵੇਗੀ ਸੇਵਾ। ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡਾ ਵੱਲੋਂ ਮਦਦ ਦਾ ਐਲਾਨ ਕੀਤਾ ਗਿਆ ਸੀ। ਉਸ ਤੋਂ ਬਾਅਦ ਕੈਨੇਡਾ ਨੇ ਜੋ ਪਹਿਲੀ ਖੇਪ ਭਾਰਤ ਭੇਜੀ ਸੀ ਉਹ ਕੁਝ ਦਿਨ ਪਹਿਲਾਂ ਪਹੁੰਚੀ ਤੇ ਅੱਜ ਦੂਸਰੀ ਮੈਡੀਕਲ ਦੀ ਖੇਪ ਵੀ ਭਾਰਤ ਪਹੁੰਚ ਚੁੱਕੀ ਹੈ, ਜਿਸ ਦੀ ਜਾਣਕਾਰੀ ਖੁਦ ਰੱਖਿਆ ਮੰਤਰੀ ਹਰਜੀਤ ਸੱਜਣ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਜਾਣੀ ਕਿ ਟਵਿੱਟਰ ਦੇ ਉੱਪਰ ਸਾਂਝੀ ਕੀਤੀ ਗਈ ਹੈ। ਉਹਨਾਂ ਵੱਲੋਂ ਜਾਣੀ ਕਿ ਕੈਨੇਡਾ ਵੱਲੋਂ ਭਾਰਤ ਨੂੰ 300 ਵੈਂਟੀਲੇਟਰ ਭੇਜੇ ਗਏ ਨੇ। ਕੈਨੇਡਾ ਵੱਲੋਂ ਜੋ ਭਾਰਤ ਨੂੰ ਮਦਦ ਭੇਜੀ ਗਈ ਉਸ ਦੀ ਦੂਸਰੀ ਖੇਪ ਵੀ ਭਾਰਤ ਪਹੁੰਚ ਚੁੱਕੀ ਹੈ। ਜੀ ਹਾਂ, ਕੈਨੇਡਾ ਵੱਲੋਂ ਭੇਜੀ ਗਈ ਮੈਡੀਕਲ ਏਡ ਭਾਰਤ ਪਹੁੰਚ ਚੁੱਕੀ ਹੈ, ਜਿਸ ਦੀ ਜਾਣਕਾਰੀ ਟਵਿੱਟਰ ਦੇ ਆਫੀਸ਼ੀਅਲ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ ਹੈ। ਇਸ ਦੀ ਜਾਣਕਾਰੀ ਖੁਦ ਰੱਖਿਆ ਮੰਤਰੀ ਹਰਜੀਤ ਸੱਜਣ ਵੱਲੋਂ ਆਪਣੇ ਟਵਿੱਟਰ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਇਸ ਸੰਬੰਧੀ ਤਸਵੀਰ ਵੀ ਸਾਂਝੀ ਕੀਤੀ ਗਈ। ਹਰਜੀਤ ਸੱਜਣ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਭਾਰਤ ਦੇ ਵਾਸਤੇ ਕੈਨੇਡੀਅਨ ਫੋਰਸਿਸ ਜੋ ਮਦਦ ਲੈ ਕੇ ਰਵਾਨਾ ਹੋਈਆਂ ਸਨ ਉਹ ਭਾਰਤ ਪਹੁੰਚ ਚੁੱਕੀਆਂ ਨੇ। ਕੈਨੇਡਾ ਵੱਲੋਂ ਜੋ ਦੂਸਰੀ ਖੇਪ ਭੇਜੀ ਗਈ ਉਸ ਦੇ ਵਿੱਚ 300 ਵੈਂਟੀਲੇਟਰ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਜੋ ਹਾਲਾਤ ਨੇ ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡਾ ਵੱਲੋਂ ਮਦਦ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਪਹਿਲਾ ਬੈਚ ਭਾਰਤ ਨੂੰ ਭੇਜਿਆ ਜਾ ਚੁੱਕਿਆ ਹੈ ਤੇ ਹੁਣ ਦੂਸਰੀ ਖੇਪ ਵੀ ਭਾਰਤ ਨੂੰ ਪਹੁੰਚਾਈ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਵੀ ਰੱਖਿਆ ਮੰਤਰੀ ਹਰਜੀਤ ਸੱਜਣ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਹਾਲਾਤ ਲਗਾਤਾਰ ਵਿਗੜਦੇ ਹੀ ਜਾ ਰਹੇ ਨੇ। ਰੋਜ਼ਾਨਾ ਕਈ ਮੌਤਾਂ ਇਸ ਵਾਇਰਸ ਦੇ ਕਾਰਨ ਦਰਜ ਕੀਤੀਆਂ ਜਾ ਰਹੀਆਂ ਨੇ। ਵੱਖ-ਵੱਖ ਦੇਸ਼ਾਂ ਵੱਲੋਂ ਭਾਰਤ ਨੂੰ ਮਦਦ ਭੇਜੀ ਜਾ ਰਹੀ ਹੈ। ਇਸੇ ਦੇ ਵਿੱਚ ਕੈਨੇਡਾ ਵੱਲੋਂ ਵੀ ਮੈਡੀਕਲ ਸਪਲਾਈਜ਼ ਭਾਰਤ ਨੂੰ ਭੇਜੀਆਂ ਜਾ ਰਹੀਆਂ ਹਨ। ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਜੋ ਉਹਨਾਂ ਵੱਲੋਂ ਟੀਚਾ ਮਿਥਿਆ ਗਿਆ ਹੈ ਉਸ ਨੂੰ ਪੂਰਾ ਕਰਨ ਦੇ ਵਾਸਤੇ ਕਾਫੀ ਜ਼ਿਆਦਾ ਗੰਭੀਰ ਨਜ਼ਰ ਆ ਰਿਹਾ ਹੈ, ਕਿਉਂਕਿ ਹਾਲ ਹੀ ਦੇ ਵਿੱਚ ਫਰਵਰੀ 13 ਨੂੰ ਇੱਕ ਰਿਕਾਰਡ ਤੋੜ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ ਸੀ। ਉਸ ਤੋਂ ਬਾਅਦ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ 6 ਪ੍ਰੋਗਰਾਮਾਂ ਦਾ ਐਲਾਨ ਕੀਤਾ ਗਿਆ। ਇਸ ਦੇ ਤਹਿਤ ਮੌਕਾ ਦਿੱਤਾ ਜਾ ਰਿਹਾ ਹੈ ਜ਼ਿਆਦਾ ਤੋਂ ਜ਼ਿਆਦਾ ਕੈਨੇਡਾ ਦੇ ਵਿੱਚ ਰਹਿਣ ਵਾਲਿਆਂ ਨੂੰ ਕਿ ਉਹ ਪੀਆਰ ਹਾਸਲ ਕਰ ਸਕਣ। ਹੁਣ ਤੱਕ ਕਿੰਨਿਆਂ ਨੂੰ ਪੀਆਰ ਹਾਸਲ ਹੋ ਚੁੱਕੀ ਹੈ ਇਸ ਦੀ ਸਾਰੀ ਜਾਣਕਾਰੀ ਦਵਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਪੀਆਰ ਦੇ ਨਾਲ ਸੰਬੰਧਿਤ ਨਵਾਂ ਐਲਾਨ ਕੀਤਾ ਗਿਆ। ਉਹਨਾਂ ਵੱਲੋਂ 에ਅਰ ਡਿਜ਼ਾਸਟਰ ਪੀੜਤਾਂ ਦੇ ਵਾਸਤੇ ਪੀਆਰ ਪਾਥਵੇ ਦਾ ਐਲਾਨ ਕੀਤਾ ਗਿਆ। ਮਈ 12 ਨੂੰ ਬੋਲਦਿਆਂ ਇਮੀਗ੍ਰੇਸ਼ਨ ਮੰਤਰੀ ਵੱਲੋਂ ਕਿਹਾ ਗਿਆ ਕਿ ਉਹ ਇੱਕ ਨਵੀਂ ਪਾਲਿਸੀ ਲਿਆ ਰਹੇ ਹਨ, ਜਿਸ ਦੇ ਨਾਲ 에ਅਰ ਡਿਜ਼ਾਸਟਰ ਵਿਕਟਮ ਨੂੰ ਪੀਆਰ ਹਾਸਲ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਥੋਪੀਅਨ 에ਅਰਲਾਈਨ ਫਲਾਈਟ 302 ਅਤੇ ਯੂਕਰੇਨ ਇੰਟਰਨੈਸ਼ਨਲ 에ਅਰਲਾਈਨ ਫਲਾਈਟ 752 ਦੇ ਵਿੱਚ ਜਿਹੜੇ ਹਾਦਸਾਗ੍ਰਸਤ ਹੋਏ ਸਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਮੌਕਾ ਦਿੱਤਾ ਜਾਵੇਗਾ ਕਿ ਉਹ ਕੈਨੇਡਾ ਦੇ ਵਿੱਚ ਪੀਆਰ ਹਾਸਲ ਕਰ ਸਕਣ। ਇਹ ਨਵੀਂ ਪਾਲਿਸੀ ਮਈ 11, 2022 ਤੱਕ ਜਾਰੀ ਕੀਤੀ ਗਈ ਹੈ। ਇਹ ਉਹਨਾਂ ਪਰਿਵਾਰਕ ਮੈਂਬਰਾਂ ਦੇ ਵਾਸਤੇ ਹੋਵੇਗਾ ਜਿਹੜੇ ਇਸ ਸਮੇਂ ਕੈਨੇਡਾ ਦੇ ਵਿੱਚ ਰਹਿ ਰਹੇ ਹਨ। ਮੀਡੀਆ ਰਿਲੀਜ਼ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਇਸ ਦੇ ਉੱਪਰ ਕੰਮ ਕੀਤਾ ਜਾ ਰਿਹਾ ਹੈ ਕਿ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਜਾਣੀ ਕਿ ਪੀੜਤਾਂ ਦੇ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਵੀ ਪੀਆਰ ਦਾ ਮੌਕਾ ਦਿੱਤਾ ਜਾਵੇ ਜਿਹੜੇ ਕਿ ਕੈਨੇਡਾ ਤੋਂ ਬਾਹਰ ਰਹਿੰਦੇ ਹਨ। ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਐਲਾਨ ਵੀ ਕੀਤਾ ਜਾ ਸਕਦਾ ਹੈ। IRCC ਵੱਲੋਂ ਪੀੜਤਾਂ ਦੇ ਪਰਿਵਾਰ ਦੇ ਵਾਸਤੇ ਟੈਂਪਰੇਰੀ ਰੈਜ਼ੀਡੈਂਸ ਪਾਲਿਸੀ ਨੂੰ ਵੀ ਵਧਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਥੋਪੀਅਨ 에ਅਰਲਾਈਨ ਫਲਾਈਟ 302 ਮਾਰਚ 10, 2019 ਨੂੰ ਕ੍ਰੈਸ਼ ਹੋਈ ਸੀ। ਇਸ ਹਾਦਸੇ ਦੇ ਵਿੱਚ ਕਈਆਂ ਦੀ ਜਾਨ ਚਲੀ ਗਈ ਸੀ। ਦੂਸਰਾ ਹਾਦਸਾ ਜਨਵਰੀ 8, 2020 ਨੂੰ ਵਾਪਰਿਆ ਸੀ, ਜਿੱਥੇ ਪੈਸੇਂਜਰ ਜੈਟ ਜੋ ਕਿ 55 ਕੈਨੇਡੀਅਨ ਸਿਟੀਜ਼ਨ ਅਤੇ 30 ਪੀਆਰ ਨੂੰ ਲੈ ਕੇ ਜਾ ਰਿਹਾ ਸੀ ਉਹ ਹਾਦਸੇ ਦਾ ਸ਼ਿਕਾਰ ਹੋਇਆ। IRCC ਵੱਲੋਂ ਇਸ ਦੇ ਨਾਲ ਸੰਬੰਧਿਤ ਵਧੇਰੇ ਜਾਣਕਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝੀ ਕੀਤੀ ਜਾਵੇਗੀ।
ਓਨਟਾਰੀਓ ਦੇ ਵਿੱਚ ਇੱਕ ਵਾਰ ਫਿਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦੇ ਉੱਪਰ ਰੋਕ ਦੀ ਮੰਗ ਉੱਠੀ ਹੈ। ਇਸ ਤੋਂ ਪਹਿਲਾਂ ਵੀ ਪ੍ਰੀਮੀਅਰ ਡਗ ਫੋਰਡ ਅਜਿਹਾ ਕਰ ਚੁੱਕੇ ਨੇ, ਜਾਣੀ ਕਿ ਉਹਨਾਂ ਵੱਲੋਂ ਇਹ ਮੰਗ ਰੱਖੀ ਗਈ ਸੀ। ਨਾਲ ਹੀ ਦੱਸ ਦਈਏ ਕਿ ਓਨਟਾਰੀਓ ਦੇ ਵਿੱਚ ਸਟੇ ਐਟ ਹੋਮ ਦੇ ਆਰਡਰ ਅੱਗੇ ਤੱਕ ਵਧਾ ਦਿੱਤੇ ਗਏ ਨੇ। ਇਹਨਾਂ ਨੂੰ ਜੂਨ 2 ਤੱਕ ਐਕਸਟੈਂਡ ਕਰ ਦਿੱਤਾ ਗਿਆ ਹੈ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਇੱਕ ਵਾਰ ਫਿਰ ਤੋਂ ਮੰਗ ਕੀਤੀ ਗਈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦੇ ਉੱਪਰ ਰੋਕ ਲਗਾਈ ਜਾਵੇ। ਇਸ ਤੋਂ ਪਹਿਲਾਂ ਵੀ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਪ੍ਰੋਵਿੰਸ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦੇ ਉੱਪਰ ਰੋਕ ਲਗਾਈ ਜਾਵੇ, ਜਿਸ ਦੇ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਰਾਜ਼ੀ ਨਹੀਂ ਹੋਏ ਸਨ। ਓਨਟਾਰੀਓ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦਿਆਂ ਡਗ ਫੋਰਡ ਵੱਲੋਂ ਸਟੇ ਐਟ ਹੋਮ ਦੇ ਆਰਡਰ ਵਧਾ ਦਿੱਤੇ ਗਏ ਨੇ, ਜੋ ਕਿ ਜੂਨ 2 ਤੱਕ ਵਧਾਏ ਗਏ ਹਨ। ਪ੍ਰੋਵਿੰਸ ਦੇ ਵਿੱਚ ਸਟੇ ਐਟ ਹੋਮ ਦਾ ਆਰਡਰ ਮਈ 20 ਨੂੰ ਖਤਮ ਹੋਣ ਵਾਲਾ ਸੀ, ਜਾਣੀ ਕਿ ਇਸ ਦੀ ਮਿਆਦ ਖਤਮ ਹੋਣ ਵਾਲੀ ਸੀ, ਜਿਸ ਤੋਂ ਬਾਅਦ ਸਰਕਾਰ ਵੱਲੋਂ ਇਹ ਕਿਹਾ ਗਿਆ ਕਿ ਪ੍ਰੋਵਿੰਸ ਦੇ ਵਿੱਚ ਹੁਣ ਇਹ ਆਰਡਰ ਜੂਨ 2 ਤੱਕ ਜਾਰੀ ਰਹਿਣਗੇ। ਸਭ ਤੋਂ ਪਹਿਲਾਂ ਸੂਬੇ ਦੇ ਵਿੱਚ ਇਹ ਆਦੇਸ਼ ਅਪ੍ਰੈਲ 8 ਨੂੰ ਜਾਰੀ ਕੀਤੇ ਗਏ ਸਨ। ਓਨਟਾਰੀਓ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਨੇ। ਰੋਜ਼ਾਨਾ 2000 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਹੀ ਓਨਟਾਰੀਓ ਦੇ ਵਿੱਚ ਸਖਤੀਆਂ ਕੀਤੀਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਪ੍ਰੀਮੀਅਰ ਡਗ ਫੋਰਡ ਵੱਲੋਂ ਪਹਿਲਾਂ ਵੀ ਇਹ ਮੰਗ ਕੀਤੀ ਗਈ ਸੀ ਕਿ ਪ੍ਰੋਵਿੰਸ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦੇ ਉੱਪਰ ਰੋਕ ਲਗਾਈ ਜਾਵੇ। ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣੀ ਮੰਗ ਨੂੰ ਦੁਹਰਾਇਆ ਹੈ। ਕੈਨੇਡਾ ਵੱਲੋਂ ਨਵੇਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। ਇਸ ਦੇ ਵਿੱਚ CRS ਸਕੋਰ ਪਿਛਲੇ ਡਰਾਅ ਦੇ ਮੁਕਾਬਲੇ 1 ਪੁਆਇੰਟ ਵੱਧ ਰਿਹਾ। ਪਿਛਲੀ ਵਾਰ CRS ਸਕੋਰ ਹੇਠਾਂ ਆ ਗਿਆ ਸੀ, ਜਿਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਹੁਣ ਜਿਹੜਾ ਨਵਾਂ ਡਰਾਅ ਕੱਢਿਆ ਜਾਵੇਗਾ ਉਸ ਦੇ ਵਿੱਚ CRS ਸਕੋਰ 400 ਤੋਂ ਵੀ ਘੱਟ ਹੋਣ ਵਾਲਾ ਹੈ, ਪਰ ਅਜਿਹਾ ਨਹੀਂ ਹੋਇਆ, ਬਲਕਿ ਇਹ 1 ਪੁਆਇੰਟ ਵੱਧ ਗਿਆ। ਕੈਨੇਡਾ ਵੱਲੋਂ ਨਵੇਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। ਇਸ ਦੇ ਵਿੱਚ CRS ਸਕੋਰ ਪਿਛਲੇ ਵਾਰ ਦੇ ਡਰਾਅ ਦੇ ਨਾਲੋਂ 1 ਪੁਆਇੰਟ ਵੱਧ ਰਿਹਾ। ਇਸ ਡਰਾਅ ਦੇ ਵਿੱਚ CRS ਸਕੋਰ 401 ਦੇ ਉੱਪਰ ਆਇਆ। ਇਸ ਡਰਾਅ ਦਾ ਐਲਾਨ ਮਈ 13 ਨੂੰ ਕੀਤਾ ਗਿਆ, ਜਿੱਥੇ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਉਨ੍ਹਾਂ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਜਿਨ੍ਹਾਂ ਦਾ ਘੱਟੋ-ਘੱਟ ਸਕੋਰ 401 ਸੀ। ਇਹ ਪਿਛਲੇ ਵਾਲੇ ਡਰਾਅ ਤੋਂ 1 ਪੁਆਇੰਟ ਵੱਧ ਰਿਹਾ, ਜਦਕਿ ਉਮੀਦ ਕੀਤੀ ਜਾ ਰਹੀ ਸੀ ਕਿ ਜਿਸ ਤਰ੍ਹਾਂ ਪਿਛਲੀ ਵਾਰ CRS ਸਕੋਰ ਦੇ ਵਿੱਚ ਗਿਰਾਵਟ ਹੋਈ ਹੈ ਤੇ ਇਸ ਵਾਰ ਦੇ ਨਵੇਂ ਡਰਾਅ ਦੇ ਵਿੱਚ ਵੀ 400 ਤੋਂ ਘੱਟ CRS ਸਕੋਰ ਆ ਸਕਦਾ ਹੈ, ਪਰ ਉਮੀਦ ਤੋਂ ਉਲਟ ਹੋਇਆ। ਇਸ ਨੂੰ 1 ਪੁਆਇੰਟ ਹੋਰ ਵਧਾ ਦਿੱਤਾ ਗਿਆ। ਇਸ ਨਵੇਂ ਡਰਾਅ ਦੇ ਵਿੱਚ 4147 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਜੋ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ 6 ਨਵੇਂ ਪ੍ਰੋਗਰਾਮ ਐਲਾਨੇ ਗਏ, ਉਸ ਦੇ ਵਾਸਤੇ ਵੀ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ। ਇੰਟਰਨੈਸ਼ਨਲ ਗ੍ਰੈਜੂਏਟ ਦੀ ਸਟਰੀਮ 24 ਘੰਟਿਆਂ ਦੇ ਵਿੱਚ ਪੂਰੀ ਹੋ ਗਈ, ਜਾਣੀ ਕਿ ਜੋ 40,000 ਐਪਲੀਕੇਸ਼ਨਸ ਦਾ ਟੀਚਾ ਮਿਥਿਆ ਗਿਆ ਸੀ, ਉਹ ਕੁਝ ਹੀ ਘੰਟਿਆਂ ਦੇ ਵਿੱਚ ਪੂਰਾ ਹੋ ਗਿਆ। ਉਨ੍ਹਾਂ ਪ੍ਰੋਗਰਾਮ ਦੇ ਤਹਿਤ 90,000 ਦੇ ਕਰੀਬ ਅਸੈਂਸ਼ੀਅਲ ਵਰਕਰਸ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ ਕੈਨੇਡਾ ਦੇ ਵਿੱਚ PR ਹਾਸਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਹੁਣ ਤੱਕ 50,000 ਦੇ ਕਰੀਬ ਅਰਜ਼ੀਆਂ ਉਨ੍ਹਾਂ ਪ੍ਰੋਗਰਾਮ ਦੇ ਤਹਿਤ IRCC ਨੂੰ ਮਿਲ ਚੁੱਕੀਆਂ ਨੇ। ਇਸ ਸਭ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜੋ ਟੀਚਾ ਮਿਥਿਆ ਗਿਆ, ਉਸ ਦੇ ਵਾਸਤੇ ਕੈਨੇਡਾ ਕਿੰਨਾ ਗੰਭੀਰ ਹੈ। 2021 ਹੁਣ ਤੱਕ 66,475 ਉਮੀਦਵਾਰਾਂ ਨੂੰ ਸੱਦੇ ਦਿੱਤੇ ਜਾ ਚੁੱਕੇ ਹਨ। ਪਰ ਇਸ ਵਾਰ ਦੇ ਡਰਾਅ ਦੇ ਵਿੱਚ ਉਮੀਦ ਕੀਤੀ ਜਾ ਰਹੀ ਸੀ ਕਿ CRS ਸਕੋਰ ਪਿਛਲੇ ਡਰਾਅ ਤੋਂ ਵੀ ਘੱਟ ਹੋ ਸਕਦਾ ਹੈ, ਪਰ ਅਜਿਹਾ ਨਹੀਂ ਹੋਇਆ, ਬਲਕਿ ਪਿਛਲੇ ਵਾਲੇ ਡਰਾਅ ਦੇ ਨਾਲੋਂ ਇਸ ਵਾਰ ਦਾ CRS ਸਕੋਰ 1 ਪੁਆਇੰਟ ਵੱਧ ਰਿਹਾ। ਕੈਨੇਡਾ ਦੀ ਇੱਕ ਨਿੱਜੀ ਬੱਸ ਸਰਵਿਸ ਵੱਲੋਂ ਐਲਾਨ ਕੀਤਾ ਗਿਆ ਕਿ ਉਹਨਾਂ ਵੱਲੋਂ ਵੱਖ-ਵੱਖ ਰੂਟਾਂ ਦੇ ਨਾਲ, ਜਾਣੀ ਕਿ ਸਾਰੇ ਰੂਟਾਂ ਦੇ ਉੱਤੇ ਜਿਹੜੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਅੱਜ ਅੱਧੀ ਰਾਤ ਤੋਂ ਹੋਣ ਜਾ ਰਹੀ ਹੈ। ਗ੍ਰੇ ਹਾਊਂਡ ਵੱਲੋਂ ਇਹ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਉਹਨਾਂ ਵੱਲੋਂ ਕਰੋਨਾ ਵਾਇਰਸ ਦੇ ਕਾਰਨ ਜੋ ਉਹਨਾਂ ਨੂੰ ਘਾਟਾ ਪਿਆ, ਇਸ ਦੇ ਵਾਸਤੇ ਉਹਨਾਂ ਨੇ ਕੁਝ ਸਮੇਂ ਦੇ ਲਈ ਸਸਪੈਂਡ ਕਰਨ ਦਾ ਐਲਾਨ ਕੀਤਾ ਸੀ, ਪਰ ਹੁਣ ਜਿਹੜਾ ਹੈ ਉਹਨਾਂ ਵੱਲੋਂ ਇਹ ਪੱਕਾ ਐਲਾਨ ਕਰ ਦਿੱਤਾ ਗਿਆ ਹੈ। ਗ੍ਰੇ ਹਾਊਂਡ ਕੈਨੇਡਾ ਵੱਲੋਂ ਸਾਰੇ ਰੂਟਾਂ ਦੇ ਉੱਪਰ ਆਪਣੀਆਂ ਬੱਸ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜੀ ਹਾਂ, ਗ੍ਰੇ ਹਾਊਂਡ ਵੱਲੋਂ ਕੈਨੇਡਾ ਦੇ ਵਿੱਚ ਸਾਰੇ ਰੂਟਸ ਦੇ ਉੱਪਰ ਬੱਸ ਸੇਵਾਵਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਇੰਡਸਟਰੀ ਵੱਲੋਂ ਕੈਨੇਡਾ ਦੇ ਵਿੱਚ ਕਰੀਬ 1 ਸਦੀ ਤੱਕ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਹੁਣ ਆਪਣੀਆਂ ਸੇਵਾਵਾਂ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ। ਮੋਟਰ ਕੋਚ ਕੰਪਨੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਓਨਟਾਰੀਓ ਅਤੇ ਕਿਊਬੈਕ ਦੇ ਵਿੱਚ ਵੀ ਸਾਰੇ ਰੂਟਾਂ ਦੇ ਉੱਪਰ ਜੋ ਸੇਵਾ ਬਚੀਆਂ ਹੋਈਆਂ ਨੇ, ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ।
ਅੱਜ ਅੱਧੀ ਰਾਤ ਤੋਂ ਇਹ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਦੇ ਲਈ ਦੱਸੀਏ ਕਿ ਇਸ ਕੰਪਨੀ ਦੀ ਅਮਰੀਕੀ ਐਫੀਲੀਏਟ ਗ੍ਰੇਹਾਊਂਡ ਲਾਈਨਜ਼ ਇਨਕਾਰਪੋਰੇਸ਼ਨ ਵੱਲੋਂ ਕ੍ਰਾਸ ਬਾਰਡਰ ਰੂਟਸ ਦੇ ਉੱਪਰ ਆਪਣੀਆਂ ਸੇਵਾਵਾਂ ਨੂੰ ਜਾਰੀ ਰੱਖਿਆ ਜਾਵੇਗਾ। ਇਸ ਦੇ ਵਿੱਚ ਟੋਰਾਂਟੋ, ਮੌਂਟਰੀਅਲ ਅਤੇ ਵੈਨਕੂਵਰ ਦੇ ਰੂਟ ਸ਼ਾਮਿਲ ਹਨ। ਫਿਲਹਾਲ ਇਹ ਸੇਵਾ ਜਾਰੀ ਨਹੀਂ ਹੋਵੇਗੀ। ਜਿਵੇਂ ਹੀ ਬਾਰਡਰ ਨੂੰ ਖੋਲ੍ਹਿਆ ਜਾਵੇਗਾ ਉਦੋਂ ਉਨ੍ਹਾਂ ਵੱਲੋਂ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 1 ਸਾਲ ਪਹਿਲਾਂ ਗ੍ਰੇਹਾਊਂਡ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਕੈਨੇਡਾ ਦੇ ਵਿੱਚ ਆਪਣੀਆਂ ਸੇਵਾਵਾਂ ਨੂੰ ਟੈਂਪਰੇਰੀ ਪੱਧਰ ਦੇ ਉੱਪਰ ਸਸਪੈਂਡ ਕੀਤਾ ਜਾ ਰਿਹਾ ਹੈ। ਇਸ ਦੇ ਵਾਸਤੇ ਉਹਨਾਂ ਨੇ ਕਾਰਨ ਦੱਸਿਆ ਸੀ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਪਾਬੰਦੀਆਂ ਲਗਾਈਆਂ ਗਈਆਂ। ਇਸ ਦੇ ਕਾਰਨ ਯਾਤਰੀਆਂ ਦੀ ਗਿਣਤੀ ਕਾਫੀ ਘਟ ਰਹੀ ਹੈ। ਕੰਪਨੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੱਲੋਂ ਆਪਣਾ ਪੱਖ ਵੀ ਰੱਖਿਆ ਗਿਆ। ਉਹਨਾਂ ਨੇ ਕਿਹਾ ਕਿ ਰੈਵਨਿਊ ਦੇ ਵਿੱਚ ਉਹਨਾਂ ਨੂੰ ਵੱਡਾ ਨੁਕਸਾਨ ਹੋਇਆ ਹੈ, ਜਿਸ ਤੋਂ ਬਾਅਦ ਕੰਪਨੀ ਨੇ ਫੈਸਲਾ ਲਿਆ ਕਿ ਸਾਰਿਆਂ ਰੂਟਾਂ ਦੇ ਉੱਪਰ ਸੇਵਾਵਾਂ ਬੰਦ ਕੀਤੀਆਂ ਜਾਣਗੀਆਂ। CDC ਵੱਲੋਂ ਨਵੀਂ ਗਾਈਡੈਂਸ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਕਿਹਾ ਗਿਆ ਕਿ ਅਮਰੀਕਾ ਦੇ ਵਿੱਚ ਜਿਹੜੇ ਲੋਕ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਲਗਵਾ ਚੁੱਕੇ ਨੇ ਉਹਨਾਂ ਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਕੁਝ ਜਗ੍ਹਾ ਦੇ ਉੱਪਰ ਉਹਨਾਂ ਨੂੰ ਇਸ ਸੰਬੰਧੀ ਰਾਹਤ ਪ੍ਰਦਾਨ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ CDC ਸਮੇਂ-ਸਮੇਂ ਦੇ ਉੱਪਰ ਮਾਸਕ ਸੰਬੰਧੀ ਜਾਂ ਹੋਰ ਗਾਈਡੈਂਸ ਦਾ ਐਲਾਨ ਕਰਦਾ ਰਿਹਾ ਹੈ। CDC ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਲਗਵਾ ਲਏ ਨੇ ਤੇ ਤੁਹਾਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ। ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜਿਨ੍ਹਾਂ ਲੋਕਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਲਗਵਾ ਲਏ ਨੇ ਉਹਨਾਂ ਨੂੰ ਨਾ ਤੇ ਮਾਸਕ ਪਾਉਣ ਦੀ ਜ਼ਰੂਰਤ ਹੋਵੇਗੀ ਅਤੇ ਨਾ ਹੀ ਉਹਨਾਂ ਨੂੰ ਫਿਜ਼ੀਕਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਹੋਵੇਗਾ। ਇਹ ਐਲਾਨ ਕੁਝ ਖਾਸ ਮੌਕਿਆਂ ਦੇ ਵਾਸਤੇ ਇੰਡੋਰ ਅਤੇ ਆਊਟਡੋਰ ਦੋਨਾਂ ਹੀ ਜਗ੍ਹਾ ਦੇ ਵਾਸਤੇ ਕੀਤਾ ਗਿਆ ਹੈ। CDC ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਅਸੀਂ ਇੱਕ ਲੰਬਾ ਇੰਤਜ਼ਾਰ ਕੀਤਾ ਹੈ ਕਿ ਜਲਦ ਹੀ ਅਸੀਂ ਆਮ ਜ਼ਿੰਦਗੀ ਦੇ ਵਿੱਚ ਪਰਤ ਸਕੀਏ। ਇਹ ਨਵੀਆਂ ਗਾਈਡਲਾਈਨਸ ਠੀਕ 1 ਸਾਲ ਤੋਂ ਬਾਅਦ ਆਈਆਂ ਜਦੋਂ CDC ਵੱਲੋਂ ਪਹਿਲੀ ਵਾਰ ਅਮਰੀਕਨਸ ਨੂੰ ਕਿਹਾ ਗਿਆ ਸੀ ਕਿ ਕਰੋਨਾ ਵਾਇਰਸ ਦੇ ਫੈਲਾਅ ਦੇ ਕਾਰਨ ਅਮਰੀਕਨਸ ਨੂੰ ਮਾਸਕ ਪਾਉਣਾ ਹੋਵੇਗਾ। ਇਹ ਉਸ ਸਮੇਂ ਕਿਹਾ ਗਿਆ ਸੀ ਜਦੋਂ ਅਮਰੀਕਾ ਦੇ ਵਿੱਚ ਰੋਜ਼ਾਨਾ 1000 ਤੋਂ ਜ਼ਿਆਦਾ ਮੌਤਾਂ ਕਰੋਨਾ ਵਾਇਰਸ ਦੇ ਕਾਰਨ ਹੋ ਰਹੀਆਂ ਸਨ। CDC ਦੇ ਡਾਟਾ ਦੇ ਮੁਤਾਬਕ ਫੁੱਲੀ ਵੈਕਸੀਨੇਟਡ ਉਹ ਹੋਣਗੇ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਲਗਵਾਏ ਹੋਣਗੇ, ਕਿਉਂਕਿ ਜਦੋਂ ਕੋਈ ਵਿਅਕਤੀ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਲਗਾ ਲੈਂਦਾ ਹੈ ਤਾਂ ਉਸ ਦੇ ਵਿੱਚ ਇਮਿਊਨਿਟੀ ਵਿਕਸਿਤ ਹੋ ਜਾਂਦੀ ਹੈ। ਅਮਰੀਕਾ ਦੇ ਵਿੱਚ ਇਸ ਸਮੇਂ 35% ਤੋਂ ਜ਼ਿਆਦਾ ਆਬਾਦੀ ਨੂੰ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਲੱਗ ਚੁੱਕੇ ਹਨ। CDC ਵੱਲੋਂ ਕਿਹਾ ਗਿਆ ਕਿ ਜਿਹੜੇ ਲੋਕ ਬੱਸਾਂ ਦੇ ਵਿੱਚ ਸਫ਼ਰ ਕਰ ਰਹੇ ਨੇ ਜਾਂ ਹੋਰ ਕਿਸੇ ਪਬਲਿਕ ਟਰਾਂਸਪੋਰਟੇਸ਼ਨ ਦੀ ਸਵਾਰੀ ਕਰ ਰਹੇ ਹਨ ਤਾਂ ਉਹਨਾਂ ਦੇ ਲਈ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਮੌਜੂਦਾ ਸਮੇਂ CDC ਵੱਲੋਂ ਜਾਰੀ ਕੀਤੀਆਂ ਗਾਈਡਲਾਈਨਸ ਉਹਨਾਂ ਦੇ ਉੱਪਰ ਲਾਗੂ ਹੋਣਗੀਆਂ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਲਗਵਾ ਲਏ ਗਏ ਹਨ। ਜਲਦ ਹੀ CDC ਵੱਲੋਂ ਬੱਚਿਆਂ ਦੇ ਬਾਰੇ ਵਿੱਚ ਵੀ ਗਾਈਡੈਂਸ ਦਾ ਐਲਾਨ ਕੀਤਾ ਜਾਵੇਗਾ। ਸਰੀ RCMP ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਹਾਈਵੇ ਦੇ ਉੱਪਰ 4 ਬੱਕਰੀਆਂ ਘੁੰਮ ਰਹੀਆਂ ਹਨ, ਜਿਸ ਤੋਂ ਬਾਅਦ ਉਹਨਾਂ ਨੇ ਇਹਨਾਂ 4 ਬੱਕਰੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਬਾਅਦ ਦੇ ਵਿੱਚ ਮਾਲਕ ਦੇ ਨਾਲ ਇਹਨਾਂ ਨੂੰ ਮਿਲਵਾਇਆ ਗਿਆ। ਮਾਲਕ ਇਸ ਮੌਕੇ ਦੇ ਉੱਪਰ RCMP ਦਾ ਧੰਨਵਾਦ ਕਰਦਾ ਨਜ਼ਰ ਆਇਆ ਕਿਉਂਕਿ ਉਸਨੇ ਕਿਹਾ ਕਿ ਚੰਗਾ ਹੋਇਆ ਕਿ ਮੇਰੀਆਂ ਬੱਕਰੀਆਂ ਕਿਸੇ ਕਿਡਨੈਪਰ ਦੇ ਹੱਥ ਨਹੀਂ ਲੱਗੀਆਂ। ਸਰੀ RCMP ਵੱਲੋਂ ਬੱਕਰੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਜੀ ਹਾਂ, 2 ਅਧਿਕਾਰੀਆਂ ਨੂੰ ਹਾਈਵੇ 10 ਦੇ 15600 ਬਲਾਕ ਦੇ ਵਿੱਚ 4 ਘੁੰਮ ਰਹੀਆਂ ਬੱਕਰੀਆਂ ਦੇ ਬਾਰੇ ਵਿੱਚ ਜਾਣਕਾਰੀ ਮਿਲੀ ਸੀ। ਉਹਨਾਂ ਦੇਖਿਆ ਕਿ ਲੋਕਲ ਯਾਰਡ ਦੇ ਵਿੱਚੋਂ ਇਹ ਬੱਕਰੀਆਂ ਭੱਜੀਆਂ ਸਨ। ਇਹਨਾਂ ਬੱਕਰੀਆਂ ਵੱਲੋਂ ਰਸਤੇ ਦੇ ਆਸ-ਪਾਸ ਲੱਗਿਆ ਘਾਹ ਫੂਸ ਖਾਇਆ ਜਾ ਰਿਹਾ ਸੀ। RCMP ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਇਹਨਾਂ ਗੋਟਸ ਨੂੰ ਫੜਨਾ ਕਾਫੀ ਮੁਸ਼ਕਿਲ ਸੀ ਕਿਉਂਕਿ ਇਹਨਾਂ ਨੂੰ ਫੜਨਾ ਇਉਂ ਸੀ ਜਿਵੇਂ ਕਿਸੇ ਛੋਟੇ ਬੱਚੇ ਨੂੰ ਫੜਨਾ ਹੋਵੇ, ਪਰ ਪੁਲਿਸ ਵੱਲੋਂ ਇਹਨਾਂ ਨੂੰ ਬੜੇ ਧਿਆਨ ਦੇ ਨਾਲ ਫੜ ਕੇ ਕਸਟਡੀ ਦੇ ਵਿੱਚ ਲਿਜਾਇਆ ਗਿਆ। ਉਸ ਤੋਂ ਬਾਅਦ ਮਾਲਕ ਦੇ ਨਾਲ ਇਹਨਾਂ 4 ਬੱਕਰੀਆਂ ਨੂੰ ਮਿਲਾਇਆ ਗਿਆ। ਬੱਕਰੀਆਂ ਦੇ ਮਾਲਕ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ ਗਿਆ। ਉਹਨਾਂ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਇਹਨਾਂ ਬੱਕਰੀਆਂ ਨੂੰ ਫੜ ਕੇ ਮੇਰੇ ਹਵਾਲੇ ਕੀਤਾ। ਮੇਰੀਆਂ ਬੱਕਰੀਆਂ ਕਿਸੇ ਕਿਡਨੈਪਰ ਦੇ ਹੱਥ ਨਹੀਂ ਚੜ ਗਈਆਂ। ਸੋ ਸਰੀ RCMP ਵੱਲੋਂ ਜੋ 4 ਘੁੰਮ ਰਹੀਆਂ ਬੱਕਰੀਆਂ ਦੇ ਬਾਰੇ ਵਿੱਚ ਉਹਨਾਂ ਨੂੰ ਜਾਣਕਾਰੀ ਮਿਲੀ ਸੀ, ਉਹਨਾਂ ਬੱਕਰੀਆਂ ਨੂੰ ਮਾਲਕ ਦੇ ਨਾਲ ਮਿਲਵਾਇਆ ਗਿਆ।
ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਕਰੋਨਾ ਵਾਇਰਸ ਦੀ ਦੂਸਰੀ ਲਹਿਰ ਦੇ ਦੌਰਾਨ ਵੱਧ ਜੁਰਮਾਨੇ ਜਾਰੀ ਕੀਤੇ ਗਏ ਨੇ। ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਕਿਸ ਸੂਬੇ ਵੱਲੋਂ ਕਿੰਨੇ ਜੁਰਮਾਨੇ ਲਗਾਏ ਗਏ ਤੇ ਕਿੰਨੀਆਂ ਟਿਕਟਾਂ ਜਾਰੀ ਕੀਤੀਆਂ ਗਈਆਂ। ਇਸ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਖਬਰ ਦੇ ਵਿੱਚ। CCLA ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਪਤਾ ਚੱਲਿਆ ਹੈ ਕਿ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵੱਲੋਂ ਕਰੋਨਾ ਵਾਇਰਸ ਦੀ ਦੂਸਰੀ ਲਹਿਰ ਦੇ ਦੌਰਾਨ ਜ਼ਿਆਦਾ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ। ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਦੀ ਰਿਪੋਰਟ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਕਿਊਬੈਕ ਅਤੇ ਮੈਨੀਟੋਬਾ ਵੱਲੋਂ ਉਨ੍ਹਾਂ ਲੋਕਾਂ ਨੂੰ ਟਿਕਟਾਂ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਵੱਲੋਂ ਨਿਯਮਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ। ਵੱਖ-ਵੱਖ ਸੂਬਿਆਂ ਵੱਲੋਂ ਹੁਣ ਤੱਕ $24 ਮਿਲੀਅਨ ਦੇ ਫਾਈਨ ਜਾਣੀ ਕਿ ਜੁਰਮਾਨੇ ਲਗਾਏ ਜਾ ਚੁੱਕੇ ਹਨ। ਮੈਨੀਟੋਬਾ ਦੇ ਵਿੱਚ 30 ਦੇ ਕਰੀਬ ਕੋਵਿਡ-19 ਕਾਰਨ ਜੁਰਮਾਨੇ ਅਤੇ ਚਾਰਜ ਲਗਾਏ ਗਏ ਜੋ ਕਿ ਅਪ੍ਰੈਲ 1 ਤੋਂ ਲੈ ਕੇ ਜੂਨ 15, 2020 ਦੇ ਦੌਰਾਨ ਜਾਰੀ ਕੀਤੇ ਗਏ। ਨਵੰਬਰ 2020 ਦੀ ਸ਼ੁਰੂਆਤ ਤੋਂ ਹੀ ਮੈਨੀਟੋਬਾ ਦੇ ਵੱਲੋਂ ਰੋਜ਼ਾਨਾ 100 ਦੇ ਕਰੀਬ ਫਾਈਨ ਲਗਾਏ ਜਾ ਰਹੇ ਹਨ। ਸਤੰਬਰ 2020 ਅਤੇ ਫਰਵਰੀ 2021 ਦੇ ਦੌਰਾਨ ਮੈਨੀਟੋਬਾ ਵੱਲੋਂ 904 ਟਿਕਟਾਂ ਜਾਰੀ ਕੀਤੀਆਂ ਗਈਆਂ। ਰਿਪੋਰਟ ਦੇ ਵਿੱਚ ਪਤਾ ਚੱਲਿਆ ਕਿ ਮੈਨੀਟੋਬਾ ਵੱਲੋਂ $1 ਮਿਲੀਅਨ ਤੋਂ ਵੱਧ ਦਾ ਜੁਰਮਾਨਾ ਲਗਾਇਆ ਜਾ ਚੁੱਕਿਆ ਹੈ। ਕਿਊਬੈਕ ਵੱਲੋਂ ਅਪ੍ਰੈਲ ਅਤੇ ਅਗਸਤ 2020 ਦੇ ਦੌਰਾਨ 3,756 ਜੁਰਮਾਨੇ ਲਗਾਏ ਗਏ ਜੋ ਕਿ $5.5 ਮਿਲੀਅਨ ਦੇ ਹਨ। ਸਤੰਬਰ 2020 ਅਤੇ ਮਾਰਚ 2021 ਦੇ ਦੌਰਾਨ ਪ੍ਰੋਵਿੰਸ ਦੇ ਵੱਲੋਂ 7,445 ਜੁਰਮਾਨੇ ਲਗਾਏ ਗਏ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਵੱਲੋਂ $12.2 ਮਿਲੀਅਨ ਦੇ ਜੁਰਮਾਨੇ ਲਗਾਏ ਜਾ ਚੁੱਕੇ ਹਨ। ਓਨਟਾਰੀਓ ਦੇ ਵਿੱਚ ਮਾਰਚ 2020 ਤੋਂ ਅਗਸਤ 2020 ਤੱਕ 2,562 ਜੁਰਮਾਨੇ ਲਗਾਏ ਗਏ ਜਦਕਿ ਸਤੰਬਰ 2020 ਤੋਂ ਮਾਰਚ 2021 ਦੇ ਵਿੱਚ 3,942 ਫਾਈਨ ਜਾਣੀ ਕਿ ਜੁਰਮਾਨੇ ਲਗਾਏ ਗਏ। ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ ਅਗਸਤ 2020 ਅਤੇ ਮਾਰਚ 2021 ਦੇ ਦੌਰਾਨ 1,584 ਜੁਰਮਾਨੇ ਲਗਾਏ ਗਏ। ਨੋਵਾ ਸਕੋਸ਼ੀਆ ਵੱਲੋਂ ਮਾਰਚ 2020 ਤੋਂ ਫਰਵਰੀ 2021 ਦੇ ਦੌਰਾਨ 912 ਜੁਰਮਾਨੇ ਜਾਰੀ ਕੀਤੇ ਗਏ। ਇਨ੍ਹਾਂ ਵਿੱਚੋਂ 76% ਜੁਰਮਾਨੇ ਪਹਿਲੀ ਵੇਵ ਜਾਣੀ ਕਿ ਪਹਿਲੀ ਲਹਿਰ ਦੇ ਦੌਰਾਨ ਜਾਰੀ ਕੀਤੇ ਗਏ ਸਨ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਨ੍ਹਾਂ ਵੱਲੋਂ ਕਰੋਨਾ ਵਾਇਰਸ ਦੇ ਕਾਰਨ ਲੱਗਿਆ ਜੁਰਮਾਨਾ ਅਦਾ ਨਹੀਂ ਕੀਤਾ ਗਿਆ ਉਹਨਾਂ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਨ੍ਹਾਂ ਨੇ ਅਜਿਹਾ ਨਹੀਂ ਕੀਤਾ ਜਾਣੀ ਕਿ ਫਾਈਨ ਨਹੀਂ ਭਰਿਆ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਦੇਣ ਤੋਂ ਮਨਾ ਜਾਣੀ ਕਿ ਇਨਕਾਰ ਕੀਤਾ ਜਾ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਵੱਲੋਂ ਕਰੋਨਾ ਕਾਰਨ ਲੱਗੇ ਜੁਰਮਾਨੇ ਅਦਾ ਨਹੀਂ ਕੀਤੇ ਗਏ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਨਹੀਂ ਦਿੱਤਾ ਜਾਵੇਗਾ। ਇਸ ਦਾ ਐਲਾਨ ਪਬਲਿਕ ਸੇਫਟੀ ਮਿਨਿਸਟਰ ਮਾਈਕ ਵੱਲੋਂ ਕੀਤਾ ਗਿਆ। ਇਸ ਦੇ ਨਾਲ ICBC ਵੱਲੋਂ ਉਹਨਾਂ ਨੂੰ ਲਾਇਸੈਂਸ ਦੇਣ ਤੋਂ ਇਨਕਾਰ ਕੀਤਾ ਜਾਵੇਗਾ ਜਿਨ੍ਹਾਂ ਵੱਲੋਂ BC ਐਮਰਜੈਂਸੀ ਐਕਟ ਦਾ ਉਲੰਘਣ ਕਰਦਿਆਂ ਜੁਰਮਾਨਾ ਨਹੀਂ ਅਦਾ ਕੀਤਾ ਗਿਆ। ਇਹ ਰਿਫਿਊਜ਼ਲ ਹਰ ਤਰ੍ਹਾਂ ਦੇ ਜੁਰਮਾਨਿਆਂ ਦੇ ਉੱਪਰ ਲਾਗੂ ਹੋਵੇਗਾ। ਇਸ ਦੀ ਸ਼ੁਰੂਆਤ ਜੁਲਾਈ 1 ਤੋਂ ਕੀਤੀ ਜਾ ਰਹੀ ਹੈ। ਇਹ ਐਲਾਨ ਉਦੋਂ ਕੀਤਾ ਗਿਆ ਜਦੋਂ ਪ੍ਰੋਵਿੰਸ ਤੋਂ ਕਈ ਅਜਿਹੇ ਮਾਮਲੇ ਸਾਹਮਣੇ ਆਏ ਜਿੱਥੇ ਕਈ ਲੋਕਾਂ ਨੂੰ ਕਰੋਨਾ ਵਾਇਰਸ ਦੇ ਚੱਲਦਿਆਂ ਜੁਰਮਾਨਾ ਲਗਾਇਆ ਗਿਆ ਪਰ ਉਨ੍ਹਾਂ ਵੱਲੋਂ ਇਹ ਜੁਰਮਾਨਾ ਅਦਾ ਨਹੀਂ ਕੀਤਾ ਗਿਆ। ਜਾਣਕਾਰੀ ਦੇ ਮੁਤਾਬਕ ਹੁਣ ਤੱਕ 1,679 ਟਿਕਟਾਂ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਦੀ ਕੀਮਤ $1.17 ਮਿਲੀਅਨ ਬਣਦੀ ਹੈ। ਇਸ ਦੇ ਵਿੱਚੋਂ $1,72,825 ਜਾਣੀ ਕਿ 14% ਹੀ ਜੁਰਮਾਨੇ ਭਰੇ ਗਏ ਹਨ। ਦਸੰਬਰ ਦੇ ਵਿੱਚ ਪ੍ਰੋਵਿੰਸ ਵੱਲੋਂ ICBC ਨੂੰ ਕਿਹਾ ਗਿਆ ਕਿ ਜਿਹੜੇ ਅਜੇ ਅਨਪੇਡ ਫਾਈਨਸ ਹਨ ਜਾਣੀ ਕਿ ਜਿਹੜੇ ਜੁਰਮਾਨੇ ਅਜੇ ਅਦਾ ਨਹੀਂ ਕੀਤੇ ਗਏ ਉਹਨਾਂ ਨੂੰ ਜਲਦ ਤੋਂ ਜਲਦ ਇਕੱਠਾ ਕੀਤਾ ਜਾਵੇ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕਿੰਨੇ ਕਰੋਨਾ ਵਾਇਰਸ ਦੇ ਹਾਲਾਤ ਕੀ ਹੈ। ਕੇਸਿਸ ਓਵਰਵਿਊ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 2,759 ਨਵੇਂ ਕਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਟੋਰਾਂਟੋ ਤੋਂ 774, ਪੀਰ ਰੀਜਨ ਤੋਂ 602, ਯਾਰਕ ਰੀਜਨ ਤੋਂ 258, ਦੁਹਰਮ ਰੀਜਨ ਤੋਂ 147, ਹੈਮਿਲਟਨ ਤੋਂ 133, ਹਾਲਟਨ ਰੀਜਨ ਤੋਂ 110, ਆਟਵਾ ਤੋਂ 105 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪ੍ਰੋਵਿੰਸ ਦੇ ਵਿੱਚ ਪਿਛਲੇ 24 ਘੰਟਿਆਂ ਦੌਰਾਨ 31 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਜਾਨ ਚਲੀ ਗਈ ਜਿਸ ਦੇ ਨਾਲ ਹੁਣ ਤੱਕ ਦਾ ਮੌਤਾਂ ਦਾ ਅੰਕੜਾ 8,405 ਤੇ ਪਹੁੰਚ ਗਿਆ।
क्यूबेक तो 781 कोरोना वायरस के नवे मामले दर्ज किए गए। इस दे नाल ही 5 मौतां भी इस वायरस के कारण रिकॉर्ड हुईਆਂ ने। हुण तक 3,60,982 के करीब कुल मामले सामने आ चुके ने। 11,017 के करीब हुण तक कुल कोरोना के नाल संबंधित मौतां की पुष्टि इत्थों हुई है। अस्पताल दे विच 520 के करीब मरीज हैं, जिन्हां विचों 121 इंटेंसिव केयर अधीन हैं। मैनीटोबा तो हुण तक 13.1 मिलियन के करीब कुल कोरोना के मामले सामने आ चुके हैं। 24,806 के करीब हुण तक इस वायरस के कारण कैनेडा दे विच जानां जा चुकियां ने। इस दे नाल ही 12.1 मिलियन के करीब कैनेडा दे विच रिकवर्ड मामलों की गिणती है। इस दे नाल ही जांदे जांदे एक बार फिर तो झात मारदे हां अज दीयां छोड़ियां खबरां दे उपर। ਕੈਨੇਡਾ ਨੇ ਭਾਰਤ ਨੂੰ ਭੇਜੇ ਹੋਰ 300 ਵੈਂਟੀਲੇਟਰ, ਹਰਜੀਤ ਸੱਜਣ ਨੇ ਦਿੱਤੀ ਜਾਣਕਾਰੀ। ਕੈਨੇਡਾ ਨੇ ਐਲਾਨਿਆ ਨਵਾਂ PR ਪ੍ਰੋਗਰਾਮ, ਜਾਣੋ ਕਿਹਨਾਂ ਨੂੰ ਮਿਲੇਗਾ ਪੱਕੇ ਹੋਣ ਦਾ ਮੌਕਾ। ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਤੇ ਰੋਕ ਦੀ ਫਿਰ ਉੱਠੀ ਮੰਗ। ਓਨਟਾਰੀਓ ਦੇ ਵਿੱਚ ਜੂਨ 2 ਤੱਕ ਸਟੇ ਐਟ ਹੋਮ ਲਾਗੂ। ਇਮੀਗ੍ਰੇਸ਼ਨ ਦਾ ਟੀਚਾ ਪੂਰਾ ਕਰਨ ਦੇ ਲਈ ਕੈਨੇਡਾ ਕਾਫੀ ਗੰਭੀਰ, ਹੁਣ ਤੱਕ 70,000 ਨੂੰ ਮਿਲ ਚੁੱਕਾ ਹੈ ਮੌਕਾ। ਕੈਨੇਡਾ ਦੀ ਵੱਡੀ ਨਿੱਜੀ ਬੱਸ ਸਰਵਿਸ ਹੋਈ ਬੰਦ, ਅੱਜ ਰਾਤ ਤੋਂ ਬੰਦ ਹੋਵੇਗੀ ਸੇਵਾ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।